Hello students, welcome back to my channel। ਅੱਜ ਅਸੀਂ B.Ed ਸੈਕਿੰਡ ਸਮੈਸਟਰ ਦੇ ਪੇਪਰ 9th ਦਾ ਸਿਲੇਬਸ ਡਿਸਕਸ ਕਰਾਂਗੇ, ਜਿਹਦੇ ਵਿੱਚ ਅਸੀਂ ਸਿਲੇਬਸ ਦੇ ਨਾਲ ਨਾਲ ਇਹਦੇ ਆਬਜੈਕਟਿਵ ਤੇ ਐਕਟੀਵਿਟੀਜ਼ ਵੀ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਸ ਦਾ ਨਾਮ ਦੇਖਦੇ ਹਾਂ। ਪ੍ਰੋਪਰ ਨੇਮ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕੀ ਹੁੰਦਾ ਹੈ ਪੇਪਰ। ਐਜੂਕੇਸ਼ਨਲ ਪੋਲਿਸੀ ਐਂਡ ਪਲੈਨਿੰਗ ਇਨ ਕੰਟੈਂਪਰੇਰੀ ਇੰਡੀਆ। ਤਾਂ ਪੇਪਰ 9th ਆ ਸੈਕਿੰਡ ਸਮੈਸਟਰ ਦਾ, ਇਹਦਾ ਨਾਮ ਆ ਐਜੂਕੇਸ਼ਨਲ ਪੋਲਿਸੀ ਐਂਡ ਪਲੈਨਿੰਗ ਇਨ ਕੰਟੈਂਪਰੇਰੀ ਇੰਡੀਆ। ਇਹਦਾ ਸਬਜੈਕਟ ਕੋਡ ਹੈਗਾ, ਕੈਪੀਟਲ ਲੈਟਰਸ ਨੇ EDUBED 1209 ਤੇ T। ਮੈਕਸੀਮਮ ਮਾਰਕਸ ਨੇ ਜਿਹੜੇ ਇਹਦੇ 100 ਮਾਰਕਸ ਨੇ, ਜਿਹਦੇ ਵਿੱਚ 70 ਨੰਬਰ ਥਿਊਰੀ ਦੇ ਨੇ ਤੇ 30 ਨੰਬਰ ਤੁਹਾਡੇ ਇੰਟਰਨਲ ਨੇ। ਜੇ ਹੁਣ ਅਸੀਂ ਗੱਲ ਕਰੀਏ ਕਿ ਪੇਪਰ ਕਿਉਂ ਪੜ੍ਹਾਇਆ ਜਾਂਦਾ B.Ed ਦੇ ਵਿੱਚ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿਉਂਕਿ ਤੁਸੀਂ ਪੇਪਰ ਪੜ੍ਹਨਾ ਹੈ। B.Ed ਦਾ ਕਰੀਕੂਲਮ ਆ ਜਿਹੜਾ ਥੋੜ੍ਹਾ ਦੂਸਰੇ ਜਿਹੜੇ ਸਟਰੀਮਸ ਨੇ ਉਹਨਾਂ ਤੋਂ ਹਟ ਕੇ ਹੁੰਦਾ ਹੈ। ਤੁਹਾਡੀ BSc BA ਜਾਂ ਗ੍ਰੈਜੂਏਸ਼ਨ ਲੈਵਲ ਦੀਆਂ ਜੋ ਵੀ ਕਲਾਸਿਸ ਨੇ, ਥੋੜ੍ਹਾ ਜਿਹਾ ਉਹਨਾਂ ਤੋਂ ਹਟ ਕੇ ਹੁੰਦਾ ਹੈ। ਤਾਂ ਇਸ ਲਈ ਤੁਹਾਨੂੰ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਅਸੀਂ ਇਹ ਕਿਉਂ ਪੜ੍ਹ ਰਹੇ ਹਾਂ। To enable the student teachers to understand the educational policy and its determinants। ਤਾਂ ਜੋ ਵੀ ਐਜੂਕੇਸ਼ਨ ਦੀਆਂ ਪਾਲਿਸੀਜ਼ ਬਣੀਆਂ ਨੇ ਉਹ ਕੀ ਨੇ, ਪਾਲਿਸੀਜ਼ ਬਾਰੇ ਇਸ ਪੇਪਰ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਤੇ ਉਹਨਾਂ ਨੂੰ ਨਿਰਧਾਰਿਤ ਕਿਵੇਂ ਕੀਤਾ ਜਾਂਦਾ ਹੈ, ਮੀਨਸ ਪਾਲਿਸੀਆਂ ਬਣਦੀਆਂ ਕਿਉਂ ਨੇ। ਆਈਡੈਂਟੀਫਾਈ ਐਂਡ ਅਪਲਾਈ ਵੇਰੀਅਸ ਅਪਰੋਚਿਸ ਆਫ ਐਜੂਕੇਸ਼ਨਲ ਪਲਾਨਿੰਗ। ਅਲੱਗ-ਅਲੱਗ ਤਰ੍ਹਾਂ ਦੀਆਂ ਐਜੂਕੇਸ਼ਨਲ ਪਲਾਨਿੰਗ ਦੀਆਂ ਅਪਰੋਚਿਸ ਨੇ ਜਿਹੜੀਆਂ, ਉਹਨਾਂ ਨੂੰ ਅਪਲਾਈ ਕਰਨਾ, ਉਹਨਾਂ ਨੂੰ ਆਇਡੈਂਟੀਫਾਈ ਕਰਨਾ। ਫਿਰ ਹੈ ਐਨਾਲਾਈਜ਼ ਦਾ ਫੰਕਸ਼ਨਿੰਗ ਆਫ ਐਡਮਿਨਿਸਟ੍ਰੇਟਿਵ ਬਾਡੀਜ਼। ਤਾਂ ਐਡਮਿਨਿਸਟ੍ਰੇਟਿਵ ਬਾਡੀਜ਼ ਕਿਵੇਂ ਕੰਮ ਕਰਦੀਆਂ ਨੇ ਉਹਨਾਂ ਨੂੰ ਐਨਾਲਾਈਜ਼ ਕਰਨਾ। ਕ੍ਰਿਟੀਕਲੀ ਐਨਾਲਾਈਜ਼ ਰੀਸੈਂਟ ਐਜੂਕੇਸ਼ਨ ਪੋਲਿਸੀਜ਼। ਤਾਂ ਅਸੀਂ ਪੋਲਿਸੀਜ਼ ਦੇ ਨਾਲ ਜੁੜੇ ਰਹਿਣਾ ਇਸ ਪੇਪਰ ਦੇ ਵਿੱਚ। ਕ੍ਰਿਟੀਕਲੀ ਐਨਾਲਾਈਜ਼ ਕਰਨਾ ਹੈ ਰੀਸੈਂਟ ਐਜੂਕੇਸ਼ਨ ਪੋਲਿਸੀਜ਼ ਨੂੰ, ਕੀ ਕਮੀਆਂ ਨੇ ਉਹਦੇ ਵਿੱਚ, ਕੀ ਚੰਗੀਆਂ ਗੱਲਾਂ ਹੋ ਸਕਦੀਆਂ ਨੇ। ਤਾਂ ਇਹ ਆਬਜੈਕਟਿਵ ਨੇ ਤੁਹਾਡੇ ਪੇਪਰ ਦੇ, ਕਿਉਂ ਪੜ੍ਹਾਇਆ ਜਾਂਦਾ ਹੈ ਪੇਪਰ ਤੁਹਾਨੂੰ B.Ed ਦੇ ਵਿੱਚ। ਅੱਗੇ ਅਸੀਂ ਸਿਲੇਬਸ ਡਿਸਕਸ ਕਰਦੇ ਹਾਂ। ਸਿਲੇਬਸ ਦੇ ਵਿੱਚ ਤੁਹਾਡੇ ਸੇਮ ਸੈਕਸ਼ਨ A ਤੇ ਸੈਕਸ਼ਨ B ਹੋਣਗੇ, ਜਿਨ੍ਹਾਂ ਦੇ ਵਿੱਚ 3 ਲੈਸਨ ਨੇ ਜਿਹੜੇ ਸੈਕਸ਼ਨ A ਦੇ ਵਿੱਚ ਪਾਏ ਗਏ ਨੇ, 5 ਲੈਸਨ ਨੇ ਜਿਹੜੇ ਸੈਕਸ਼ਨ B ਦੇ ਵਿੱਚ ਨੇ। ਸੈਕਸ਼ਨ A ਦੇ ਵਿੱਚ ਪਹਿਲਾ ਲੈਸਨ ਹੈਗਾ ਐਜੂਕੇਸ਼ਨ ਪੋਲਿਸੀ। ਕੀ ਹੁੰਦੀ ਹੈ ਐਜੂਕੇਸ਼ਨ ਪੋਲਿਸੀ? ਇਹਦੇ ਵਿੱਚ ਇਹੀ ਦੱਸਿਆ ਗਿਆ ਹੈ ਮੀਨਿੰਗ ਐਂਡ ਪੋਲਿਸੀ ਡਿਟਰਮੀਨੈਂਟਸ। ਇਹਦਾ ਮਤਲਬ ਕੀ ਆ, ਪੋਲਿਸੀ ਡਿਟਰਮੀਨੈਂਟਸ ਹੁੰਦੇ ਕੀ ਨੇ, ਇਹ ਚੀਜ਼ਾਂ ਇਸ ਲੈਸਨ ਦੇ ਵਿੱਚ ਪੜ੍ਹਾਈਆਂ ਜਾਣਗੀਆਂ। ਫਿਰ ਹੈ ਪੋਲਿਸੀ ਫਾਰਮੂਲੇਸ਼ਨ, ਕਿਵੇਂ ਬਣਦੀਆਂ ਨੇ ਪੋਲਿਸੀਜ਼। ਰੋਲ ਆਫ MHRD, NCERT, NSCOM। ਤਾਂ ਇਹ ਸਾਰੀਆਂ ਜਿਹੜੀਆਂ ਨੇ ਫਾਰਮੇਸ਼ਨ ਦੀਆਂ, ਪੋਲਿਸੀ ਫਾਰਮੇਸ਼ਨ ਬਾਰੇ ਤੁਹਾਨੂੰ ਪੜ੍ਹਾਇਆ ਜਾਊਗਾ। ਫਿਰ ਥਰਡ ਲੈਸਨ ਹੈ ਐਜੂਕੇਸ਼ਨ ਪਲੈਨਿੰਗ ਐਂਡ ਫਾਈਨੈਂਸਿੰਗ। ਇਹਦੇ ਵਿੱਚ ਕੰਸੈਪਟ, ਇਸ ਦਾ ਨੀਡ, ਇਹਦੀਆਂ ਟਾਈਪਸ, ਅਪਰੋਚਿਸ, ਪ੍ਰਿੰਸੀਪਲਸ ਆਫ ਫਾਈਨੈਂਸਿੰਗ, ਐਜੂਕੇਸ਼ਨ ਐਡਮਿਨਿਸਟ੍ਰੇਸ਼ਨ ਐਂਡ ਸੁਪਰਵਿਜ਼ਨ, ਰੋਲ ਆਫ ਸੈਂਟਰਲ, ਸਟੇਟ ਐਂਡ ਨਾਨ ਗੌਰਮੈਂਟਲ ਬਾਡੀਜ਼। ਤਾਂ ਇਹ ਸਾਰਾ ਪੋਲਿਸੀਜ਼ ਬਾਰੇ, ਪਲੈਨਿੰਗਸ ਬਾਰੇ, ਫਾਈਨੈਂਸ਼ੀਅਲ ਬਾਰੇ ਇਸ ਸੈਕਸ਼ਨ ਦੇ ਵਿੱਚ ਪੜ੍ਹਾਇਆ ਜਾਊਗਾ ਤੁਹਾਨੂੰ। ਸੈਕਸ਼ਨ B ਦੇ ਵਿੱਚ ਪਹਿਲਾ ਲੈਸਨ ਹੈ ਪੋਲਿਸੀ ਰਿਕਮੈਂਡੇਸ਼ਨਸ ਰਿਗਾਰਡਿੰਗ ਸਕੂਲ। ਸਕੂਲ ਦੇ ਰਿਗਾਰਡਿੰਗ ਪੋਲਿਸੀ ਦੀਆਂ ਰਿਕਮੈਂਡੇਸ਼ਨਸ ਨੇ ਜਿਹੜੀਆਂ, ਇਹਦੇ ਵਿੱਚ ਤੁਹਾਡੇ ਸਿਲੇਬਸ ਦੇ ਵਿੱਚ ਨੈਸ਼ਨਲ ਐਜੂਕੇਸ਼ਨ ਕਮਿਸ਼ਨ ਆ 1964-66। ਤਾਂ ਇਹ ਪੋਲਿਸੀ ਆ, ਇਹਦੀਆਂ ਰਿਕਮੈਂਡੇਸ਼ਨਸ ਨੇ। ਨੈਕਸਟ ਲੈਸਨ ਹੈਗਾ ਜਿਹੜਾ ਮੇਜਰ ਰਿਕਮੈਂਡੇਸ਼ਨ ਰਿਗਾਰਡਿੰਗ NPE 2020। ਤਾਂ ਨੈਸ਼ਨਲ ਪੋਲਿਸੀ ਆਫ ਐਜੂਕੇਸ਼ਨ 2020 ਦੀਆਂ ਜਿਹੜੀਆਂ ਰਿਕਮੈਂਡੇਸ਼ਨਸ ਨੇ ਇਸ ਲੈਸਨ ਦੇ ਵਿੱਚ ਤੁਹਾਨੂੰ ਪੜ੍ਹਾਈਆਂ ਜਾਣਗੀਆਂ। ਫਿਰ ਹੈ ਨੈਸ਼ਨਲ ਨੌਲੇਜ ਕਮਿਸ਼ਨ 2005। ਪੋਲਿਸੀ ਰਿਕਮੈਂਡੇਸ਼ਨਸ ਨੇ ਇਹਦੇ ਵਿੱਚ ਵੀ। ਤਾਂ ਨੈਸ਼ਨਲ ਨੌਲੇਜ ਕਮਿਸ਼ਨ ਦੀਆਂ ਪੋਲਿਸੀ ਦੀਆਂ ਰਿਕਮੈਂਡੇਸ਼ਨ ਇਸ ਪੇਪਰ ਦੇ ਵਿੱਚ ਪੜ੍ਹਾਈਆਂ ਜਾਣਗੀਆਂ, ਇਸ ਲੈਸਨ ਦੇ ਵਿੱਚ ਪੜ੍ਹਾਈਆਂ ਜਾਣਗੀਆਂ। ਫਿਰ ਹੈ ਬਿਰਲਾ ਅੰਬਾਨੀ ਰਿਪੋਰਟ ਔਨ ਪ੍ਰਾਈਵੇਸ਼ਨ ਆਫ ਹਾਇਰ ਐਜੂਕੇਸ਼ਨ। ਤਾਂ ਇਹ ਰਿਪੋਰਟ ਜਿਹੜਾ ਨੈਕਸਟ ਲੈਸਨ ਆ। ਸਕਿੱਲ ਡਿਵੈਲਪਮੈਂਟ ਮਿਸ਼ਨ 2014। ਤਾਂ ਇਹ ਤੁਹਾਡਾ ਲਾਸਟ ਲੈਸਨ ਆ। ਇਸ ਤਰ੍ਹਾਂ ਨਾਲ ਦੋਨੇ ਸੈਕਸ਼ਨ ਤੁਹਾਡੇ ਕੰਪਲੀਟ ਹੋਣਗੇ।
ਜੇ ਤੁਸੀਂ ਇੰਟਰਸਟ ਨਾਲ ਕਰਦੇ ਹੋ ਤਾਂ ਕੋਈ ਪੇਪਰ ਵੀ ਔਖਾ ਨਹੀਂ ਹੈਗਾ ਤੁਹਾਡਾ। ਤੁਹਾਨੂੰ ਓਵਰਆਲ ਸਿਲੇਬਸ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਸ ਤਰ੍ਹਾਂ ਦਾ ਸਿਲੇਬਸ ਪੜ੍ਹਨਾ ਤੇ ਕਿਉਂ ਪੜ੍ਹਨਾ ਹੈ। ਅੱਗੇ ਦੀਆਂ ਐਕਟੀਵਿਟੀਜ਼ ਦੇਖਦੇ ਹਾਂ, ਕਿਹੜਾ ਪ੍ਰੋਜੈਕਟ ਵਰਕ ਆ ਜਿਹੜਾ ਇਸ ਜਿਹੜਾ ਪੇਪਰ ਦੇ ਵਿੱਚ ਹੋਊਗਾ ਬੀਐਡ ਦੇ ਵਿੱਚ। ਤਾਂ ਐਕਟੀਵਿਟੀਜ਼ ਨੇ ਜਿਹੜੀਆਂ ਉਹੀ ਸੇਮ ਪਹਿਲੇ ਜਿਹੜਾ 8ਵਾਂ ਪੇਪਰ ਉਹਦੀ ਤਰ੍ਹਾਂ ਹੀ ਤੁਸੀਂ ਕਰਨੀਆਂ ਨੇ। ਇਹਦੇ ਵਿੱਚ ਵੀ 3 ਐਕਟੀਵਿਟੀਜ਼ ਦਿੱਤੀਆਂ ਹੋਈਆਂ, ਉਹਨਾਂ 'ਚ ਕੋਈ ਵੀ ਇੱਕ ਕਰਨੀ ਆ ਤੁਹਾਡੇ ਕਾਲਜ ਮੁਤਾਬਕ ਹੀ ਤੁਹਾਨੂੰ ਗਾਈਡਲਾਈਨਸ ਦਿੱਤੀਆਂ ਜਾਣਗੀਆਂ। ਤਾਂ ਅਸੈਸਮੈਂਟ ਦਾ ਬੇਸ ਹੁੰਦੀਆਂ ਨੇ ਇਹ ਪ੍ਰੋਜੈਕਟ ਵਰਕ ਨੇ ਜਿਹੜੇ ਐਕਟੀਵਿਟੀਜ਼ ਨੇ। ਪਹਿਲੀ ਐਕਟੀਵਿਟੀ ਹੈਗੀ ਪ੍ਰੀਪੇਅਰਿੰਗ ਬਜਟ ਐਸਟੀਮੇਟ ਫਾਰ ਐਨ ਐਲੀਮੈਂਟਰੀ ਸਕੂਲ ਵਿਦ 200 ਸਟੂਡੈਂਟਸ, 6 ਟੀਚਰਸ ਐਂਡ 4 ਸਪੋਰਟਿੰਗ ਸਟਾਫ। ਤਾਂ 200 ਬੱਚੇ, 6 ਟੀਚਰ ਤੇ 4 ਜਿਹੜਾ ਸਪੋਰਟਿੰਗ ਸਟਾਫ ਲਈ ਤੁਸੀਂ ਕੀ ਬਜਟ ਪਲਾਨਿੰਗ ਕਰੋਗੇ ਇੱਕ ਐਲੀਮੈਂਟਰੀ ਸਕੂਲ ਲਈ। ਨੈਕਸਟ ਹੈਗਾ ਸਟੱਡੀ ਆਫ ਮਿਡ ਡੇ ਮੀਲ ਪ੍ਰੈਕਟਿਸਿਸ ਇਨ ਸਕੂਲ ਐਂਡ ਸੁਜੈਸ਼ਨਸ ਫਾਰ ਫਰਦਰ ਇੰਪਰੂਵਮੈਂਟ। ਤਾਂ ਮਿਡ ਡੇ ਮੀਲ ਬਾਰੇ ਜੋ ਵੀ ਪ੍ਰੈਕਟਿਸ ਸਕੂਲ ਦੇ ਵਿੱਚ ਕਰਵਾਈ ਜਾਂਦੀ ਹੈ ਜਾਂ ਜੋ ਵੀ ਤੁਸੀਂ ਅੱਗੇ ਇੰਪਰੂਵਮੈਂਟ ਲਈ ਸੁਜੈਸ਼ਨ ਦਿਓਗੇ ਉਹਨੂੰ ਓਵਰਆਲ ਸਟੱਡੀ ਕਰੋਗੇ ਤਾਂ ਉਹ ਰਿਪੋਰਟ ਤਿਆਰ ਕਰੋਗੇ। ਫਿਰ ਇੱਕ ਹੈ ਸਟੱਡੀ ਆਫ ਅਵੇਲੇਬਿਲਿਟੀ ਆਫ ਦਾ ਟੈਕਸਟ ਬੁੱਕਸ ਐਂਡ ਸਟੂਡੈਂਟਸ ਸਕੂਲ ਬੈਗ ਕੰਟੈਂਟਸ। ਤਾਂ ਇਹ ਵੀ ਇੱਕ ਪ੍ਰੋਜੈਕਟ ਵਰਕ ਆ ਤੁਹਾਡਾ। ਤੁਹਾਨੂੰ ਤਿੰਨਾਂ ਦੇ ਵਿੱਚੋਂ ਕੋਈ ਵੀ ਇੱਕ ਪ੍ਰੋਜੈਕਟ ਵਰਕ ਜਿਹੜਾ ਇਹ ਦਿੱਤਾ ਜਾ ਸਕਦਾ ਹੈ। ਤਾਂ ਇਹ ਸੀਗਾ ਸਾਡਾ ਪੇਪਰ ਸੈਕਿੰਡ ਸਮੈਸਟਰ 2 ਦਾ, ਪਰ ਓਵਰਆਲ ਬੀਐਡ ਦਾ ਜਿਹੜਾ ਇਹ ਪੇਪਰ ਉਹ 9th ਆ। ਤਾਂ ਅੱਜ ਦੀ ਵੀਡੀਓ 'ਚ ਇੰਨਾ ਹੀ ਕਾਫੀ। ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਇਨਫੋਰਮੇਸ਼ਨ ਲੈ ਕੇ। ਓਕੇ, ਥੈਂਕਸ। ਪੜ੍ਹੇ ਰਹੋ ਚੈਨਲ ਦੇ ਨਾਲ। ਓਕੇ।